अस्सलाम वालेकुम दोस्तों। मैक्सिम गोर्की एक सोवियत राइटर सन। रूस ਦੇ ਇਨਕਲਾਬ ਤੋਂ ਪਹਿਲਾਂ ਉਹਨਾਂ ਦਾ ਨਾਵਲ ਮਾਂ ਜਿਹੜਾ ਹੈ ਉਹਦੀ ਬੜੀ ਖੂਬਸੂਰਤ ਮੰਜ਼ਰਕਸ਼ੀ ਉਹਨਾਂ ਕੀਤੀ ਹੈ ਰੂਸ ਦੇ ਹਾਲਾਤ ਦੀ। ਉਹਦੇ ਅੰਦਰ ਮਿਹਨਤਕਸ਼ਾਂ ਦੀ ਜ਼ਿੰਦਗੀ ਔਰ ਉਹਨਾਂ ਦੀ ਕਸਮ ਪੁਰਸੀ 'ਚ ਗੁਜ਼ਰਦੇ ਹੋਏ ਸ਼ਬੋ ਰੋਜ਼ ਜਿਹੜੇ ਨੇ ਉਹ ਕੀ ਸਨ, ਔਰ ਉੱਥੋਂ ਦੀ ਫੁੱਟਣ ਵਾਲੀ ਇਨਕਲਾਬੀ ਤਹਿਰੀਕ ਨੂੰ ਜਿਹੜਾ ਉਹਨਾਂ ਨੇ ਤਸਵਰਾਤੀ ਤੌਰ 'ਤੇ ਜਿਸ ਤਰ੍ਹਾਂ ਪੇਸ਼ ਕੀਤਾ ਉਹ ਬਹੁਤ ਹੀ ਇੱਕ ਖੂਬਸੂਰਤ ਇੱਕ ਨਮੂਨਾ ਹੈ, ਇੱਕ ਨਾਦਰ ਨਮੂਨਾ ਹੈ ਦੋਨੀ ਆਲਮੀ ਅਦਬ ਦੇ ਅੰਦਰ। ਮਾਂ ਨਾਵਲ ਜਿਹੜਾ ਹੈ ਉਹ ਦੁਨੀਆ ਦੀਆਂ ਸੈਂਕੜੋਂ ਜ਼ੁਬਾਨਾਂ ਦੇ ਅੰਦਰ ਤਰਜਮਾ ਹੋ ਚੁੱਕਿਆ ਔਰ ਤਕਰੀਬਨ ਦੁਨੀਆ ਦਾ ਹਰ ਇਨਕਲਾਬੀ ਜਾਂ ਤਬਦੀਲੀ ਨਾਲ ਦਿਲਚਸਪੀ ਰੱਖਣ ਵਾਲਾ ਬੰਦਾ ਉਹਨੂੰ ਯਕੀਨਨ ਪੜ੍ਹ ਚੁੱਕਿਆ ਹੈ। ਤੇ ਉਸ ਨਾਵਲ ਦੇ ਦਾ ਇੱਕ ਵਾਕਿਆ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹ ਰਿਹਾ ਕਿ ਇੱਕ ਮਿਹਨਤਕਸ਼ ਜਿਹੜਾ ਹੈ ਉਹ ਕਹਿੰਦਾ ਹੈ ਕਿ ਮੇਰੀ ਜ਼ਿੰਦਗੀ ਦੇ 20 ਸਾਲਾਂ ਦੀ ਜਿਹੜੀ ਕੀਮਤ ਹੈ ਉਹ ਇੱਕ ਤਵਾਇਫ ਦੇ ਵਾਸ਼ਰੂਮ ਵਿੱਚ ਪਿਆ ਹੋਇਆ ਲੋਟਾ, ਸੋਨੇ ਦਾ ਲੋਟਾ ਜਿਹੜਾ ਮੇਰੇ ਮਾਲਕ ਨੇ ਉਸ ਤਵਾਇਫ ਨੂੰ ਗਿਫਟ ਕੀਤਾ ਹੈ। ਯਾਨੀ ਮਿਹਨਤਕਸ਼ਾਂ ਦੀ ਜਿਹੜੀ ਮਿਹਨਤ ਹੈ ਉਹ ਇੰਨੀ ਇੱਕ ਪਾਸੇ ਤਾਂ ਉਹ ਲੁੱਟੀ ਜਾਂਦੀ ਹੈ ਤੇ ਉਹਦੇ ਬਦਲੇ 'ਚ ਮਿਹਨਤਕਸ਼ਾਂ ਨੂੰ ਉਹਦੀ ਕਠਿਨ ਕੀਮਤ ਅਦਾ ਕਰਨੀ ਪੈਂਦੀ ਹੈ, ਮਗਰ ਦੂਜੇ ਪਾਸੇ ਉਹ ਤਬਕਾ ਜਿਹੜਾ ਇਸ ਮਿਹਨਤ ਨੂੰ ਲੁੱਟ ਰਿਹਾ ਹੁੰਦਾ ਉਹ ਕਿੰਨਾ ਆਸਾਨੀ ਨਾਲ ਉਹਨੂੰ ਅਲੱਲੇ ਤਲੱਲਿਆਂ 'ਚ ਉਡਾ ਦਿੰਦਾ ਹੈ ਕਿ ਇੱਕ ਤਵਾਇਫ ਨੂੰ ਗਿਫਟ ਕਰ ਰਿਹਾ ਕਿ ਉਹ ਵਾਸ਼ਰੂਮ ਵਿੱਚ ਸੋਨੇ ਦਾ ਲੋਟਾ ਰੱਖੇਗੀ। ਇਹ ਗੱਲ ਮੈਨੂੰ ਤਾਂ ਯਾਦ ਆਈ ਕਿ ਅੱਜ ਦੇ ਅਖਬਾਰ 11 ਨਵੰਬਰ 2025 ਦੇ ਅਖਬਾਰ 'ਤੇ ਖਬਰ ਛਪੀ ਹੈ ਕਿ 2016 'ਚ ਅਮਰੀਕਾ ਦੇ ਅੰਦਰ ਇੱਕ 2.5 ਮਣ ਦਾ ਜਿਹੜਾ ਕਮੋਡ ਹੈ ਉਹ ਬਣਾ ਕੇ ਸੋਨੇ ਦਾ ਕਮੋਡ ਜਿਹੜਾ ਹੈ ਉਹ ਰੱਖਿਆ ਗਿਆ ਸੀ ਕਿਸੇ ਮਿਊਜ਼ੀਅਮ 'ਚ, ਤੇ ਇਸ 18 ਨਵੰਬਰ 2025 ਨੂੰ ਉਹਨੂੰ ਜਨਾਬੇ ਵਾਲੀ ਨੁਮਾਇਸ਼ ਲਈ ਪੇਸ਼ ਕੀਤਾ ਜਾ ਰਿਹਾ ਹੈ। ਤੇ ਇਹ ਕਹਿ ਰਹੇ ਨੇ ਕਿ ਜੀ ਇਹ ਖਬਰ ਜਿਹੜੀ ਹੈ ਇਹ ਮੈਂ ਤੁਹਾਡੇ ਵੀ ਸਾਹਮਣੇ ਰੱਖ ਰਿਹਾ, ਤੁਸੀਂ ਇਹਨੂੰ ਅੱਜ ਦੇ ਅਖਬਾਰ ਤੋਂ ਕਨਫਰਮ ਵੀ ਕਰ ਸਕਦੇ ਜੇ कि सोने से बने कमोड की नीलामी 18 नवंबर को होगी। 2.5 मन वजनी कमोड की पाकिस्तानी रुपयों में मालियत 3 अरब से जायद है। दोस्तों ये गल इसलिए मैनू इसलिए चंबे वाली लगी है कि दुनिया के अंदर ਲੱਖਾਂ ਨਹੀਂ ਕਰੋੜਾਂ ਨਹੀਂ ਅਰਬਾਂ ਇਨਸਾਨ ਐਸੇ ਨੇ ਕਿ ਜਿਹੜੇ ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ ਤੋਂ ਮਹਿਰੂਮ ਨੇ, ਇਸ ਲਈ ਜਿਨ੍ਹਾਂ ਨੂੰ ਰੋਟੀ ਚਾਹੀਦੀ ਹੈ, ਜਿਨ੍ਹਾਂ ਨੂੰ ਇਲਾਜ ਚਾਹੀਦਾ ਹੈ, ਤਾਲੀਮ ਚਾਹੀਦੀ ਹੈ, ਇੱਜ਼ਤ ਔਰ ਇਹਤਰਾਮ ਚਾਹੀਦਾ ਹੈ, ਖੁਰਾਕ ਪੂਰੀ ਨਹੀਂ ਜਿਨ੍ਹਾਂ ਦੀ ਹੁੰਦੀ। ਔਰ ਇਸ ਦੌਲਤ ਔਰ ਇਸ ਪੈਸੇ ਦੇ ਚੱਕਰ ਵਿੱਚ ਦੁਨੀਆ ਭਰ 'ਚ ਜੰਗਾਂ ਦੇ ਨਤੀਜੇ 'ਚ ਲੱਖਾਂ ਲੋਕ ਜਿਹੜੇ ਨੇ ਉਹ ਘਾਇਲ ਕਰ ਦਿੱਤੇ ਜਾਂਦੇ ਨੇ, ਮਾਰ ਦਿੱਤੇ ਜਾਂਦੇ ਨੇ। ਗੁਰਬਤ ਦੇ ਨਤੀਜੇ 'ਚ ਲੱਖਾਂ ਕਰੋੜਾਂ ਲੋਕ ਡੇਲੀ ਜਿਹੜਾ ਨੇ ਉਹ ਮੌਤ ਦੇ ਮੂੰਹ 'ਚ ਜਾ ਰਹੇ ਹੁੰਦੇ ਨੇ ਜਾਂ ਮੌਤ ਵਰਗੀ ਜ਼ਿੰਦਗੀ ਗੁਜ਼ਾਰਨ ਤੇ ਮਜਬੂਰ ਹੁੰਦੇ ਨੇ। ਤੇ ਇਹ ਨਿਜ਼ਾਮ ਦਾ ਇਹ ਇੱਕ ਐਸਾ ਇੱਕ ਭਿਆਨਕ ਰੂਪ ਹੈ ਕਿ ਇੱਕ ਪਾਸੇ ਤੇ ਤੁਸੀਂ ਲੋਕਾਂ ਨੂੰ ਰੋਟੀ ਦੇ ਬਗੈਰ, ਦਵਾਈ ਦੇ ਬਗੈਰ, ਇਲਾਜ ਦੇ ਬਗੈਰ ਮਰਨ ਤੇ ਮਜਬੂਰ ਕਰਦੇ ਹੋ ਔਰ ਉਹ ਦੌਲਤ ਇਕੱਠੀ ਕਰਨ ਲਈ ਬੰਬ ਮਾਰ ਕੇ ਬਸਤੀਆਂ ਦੀਆਂ ਬਸਤੀਆਂ, ਮੁਲਕ ਦਾ ਮੁਲਕ, ਸ਼ਹਿਰਾਂ ਦਾ ਸ਼ਹਿਰ ਬਰਬਾਦ ਕਰ ਦਿੰਦੇ ਹੋ। ਔਰ ਦੂਜੇ ਪਾਸੇ 2.5 ਮਣ ਸੋਨਾ ਕਮੋਡ ਤੇ ਲਾ ਦਿੱਤਾ ਜਾਂਦਾ ਹੈ। ਇਹੀ ਉਹ ਫਰਕ ਹੈ ਸਰਮਾਇਆਦਾਰੀ ਨਿਜ਼ਾਮ ਦਾ ਕਿ ਜਿਹਦੇ ਅੰਦਰ ਹੁਕਮਰਾਨ ਅਸ਼ਰਾਫੀਆ ਜਿਹਦੇ ਕੋਲ ਮਲਕੀਅਤ ਹੁੰਦੀ ਹੈ ਉਹ ਆਪਣੇ ਐਸ਼ ਲਈ ਪੂਰਾ ਸ਼ਹਿਰ ਜਲਾ ਦਿੰਦੀ ਹੈ, ਬਸਤੀ ਜਲਾ ਦਿੰਦੀ ਹੈ, ਮੁਲਕ ਦਾ ਮੁਲਕ ਜਲਾ ਦੇਵੇ, ਪਰ ਉਹਦਾ ਸ਼ੌਕ ਸਲਾਮਤ ਰਹਿਣ ਦੀਆਂ ਉਹਦੇ ਜਿਹੜੇ ਬਈ ਖਾਂ ਨੇ ਉਹ ਦੁਆਵਾਂ ਮੰਗ ਰਹੇ ਹੁੰਦੇ ਨੇ ਕਿ ਸ਼ਾਹ ਕਾ ਸ਼ੌਕ ਸਲਾਮਤ ਰਹੇ। ਪਰ ਦੁਨੀਆ ਭਰ ਦੇ ਮਿਹਨਤਕਸ਼ ਜਿਹੜੇ ਨੇ, ਜਿਵੇਂ ਮੈਂ ਅਰਜ਼ ਕੀਤਾ ਹੈ ਕਿ ਮੈਕਸਮ ਗੋਰਕੀ ਦਾ ਮਾਂ ਨਾਵਲ ਜਿਹਨੂੰ ਪੜ੍ਹ ਕੇ ਦੁਨੀਆ 'ਚ ਕਈ ਲੋਕਾਂ ਨੇ ਇੰਸਪਾਇਰੇਸ਼ਨ ਲਈ ਕਿ ਦੁਨੀਆ ਨੂੰ ਤਬਦੀਲ ਹੋਣਾ ਚਾਹੀਦਾ, ਜਿਹੜੀ ਸਰਮਾਇਆਦਾਰਾਂ ਲਈ ਇੱਕ ਅਯਾਸ਼ੀ ਦਾ ਬਾਇਸ ਹੈ ਔਰ ਮਿਹਨਤਕਸ਼ਾਂ ਲਈ ਇਹ ਜਹੰਨਮ ਵਰਗੀ ਜ਼ਿੰਦਗੀ ਜਿਹੜੀ ਮਹਿਰੂਮੀਆਂ ਔਰ ਮਜਬੂਰੀਆਂ ਦਾ ਦੂਸਰਾ ਨਾਮ ਬਣਾ ਦਿੱਤੀ ਜਾਂਦੀ ਹੈ। ਮਾਂ ਨਾਵਲ ਨੇ ਔਰ ਇਸ ਵਰਗੇ ਇਸ ਜੈਸੇ ਕਈ ਹੋਰ ਤਹਿਰੀਰਾਂ ਨੇ ਲੋਕਾਂ ਨੂੰ ਇਹ ਪ੍ਰੇਰਨਾ ਦਿੱਤੀ, ਲੋਕਾਂ ਨੂੰ ਇਹ ਤਹਰਕ ਦਿੱਤਾ ਕਿ ਮਿਹਨਤਕਸ਼ ਤਬਕਾ ਅਗਰ ਮੁਨਜ਼ਮ ਹੋ ਕੇ ਇਸ ਹੁਕਮਰਾਨ ਅਸ਼ਰਾਫੀਆ ਦੇ ਖਿਲਾਫ ਜਦੋਜਹਿਦ ਕਰੇ ਤੇ ਉਹ ਫਤਹ ਪਾ ਸਕਦੇ ਨੇ। ਔਰ ਇਸ ਨਜ਼ਰੀਏ ਦੇ ਉੱਤੇ ਸੋਵੀਅਤ ਯੂਨੀਅਨ ਦੇ ਅੰਦਰ ਜਿਹੜਾ ਰੂਸ ਦੇ ਅੰਦਰ ਜਿਹੜਾ ਇਨਕਲਾਬ ਹੋਇਆ, ਜਿਹੜਾ 70 ਸਾਲ ਚੱਲਿਆ ਔਰ ਉਹਦੇ ਨਤੀਜੇ 'ਚ ਦੁਨੀਆ ਦੇ ਅਰਬਾਂ ਇਨਸਾਨਾਂ ਨੇ ਇੰਸਪਾਇਰੇਸ਼ਨ ਲਈ ਖੁਦ ਰੂਸ ਦੇ ਮਜ਼ਦੂਰਾਂ ਮਿਹਨਤਕਸ਼ਾਂ ਦੀ ਜ਼ਿੰਦਗੀ 'ਚ ਇਨਕਲਾਬੀ ਤਬਦੀਲੀਆਂ ਆਈਆਂ। ਉਹਨਾਂ ਨੇ ਜਿਹੜੀ ਜ਼ਿੰਦਗੀ ਵੇਖੀ ਉਹ ਮਾਜ਼ੀ ਦੀ ਤਾਰੀਖ ਦੇ ਅੰਦਰ, ਇਨਸਾਨ ਦੀ ਪੂਰੀ ਤਾਰੀਖ ਦੇ ਅੰਦਰ ਇਹੋ ਜਿਹੇ ਵਾਕਿਆਤ ਨਹੀਂ ਸੀ ਵੇਖੇ ਗਏ ਇਨਕਲਾਬ ਤੋਂ ਪਹਿਲਾਂ, ਜਿਹੜੇ ਰੂਸੀ ਇਨਕਲਾਬ ਤੋਂ ਬਾਅਦ ਵੇਖੇ। ਇੱਕ ਛੋਟੇ ਜਿਹੇ ਵਕਤ ਦੇ ਅੰਦਰ ਕਿੰਨੀ ਬੜੀ ਤਰੱਕੀ ਔਰ ਸਮਾਜੀ ਤਰੱਕੀ, ਇਨਸਾਨਾਂ ਦੀ ਬੁਨਿਆਦੀ ਲੋੜਾਂ ਦੀ ਤਕਮੀਲ ਇਸ ਵੱਡੇ ਲੈਵਲ 'ਤੇ ਜਿਵੇਂ ਹੋਈ, ਜਿਵੇਂ ਅੱਜ
ਚੀਨ ਦੇ ਅੰਦਰ ਜਿਹੜਾ ਚੀਨੀਆਂ ਨੇ ਸਾਬਤ ਕੀਤਾ, ਚੀਨ ਜਿਹੜਾ ਪਾਕਿਸਤਾਨ ਤੋਂ 2 ਸਾਲ ਬਾਅਦ ਆਜ਼ਾਦ ਹੋਇਆ, ਮਗਰ ਆਪਣੇ ਨਿਜ਼ਾਮ ਦੀ ਬਰਕਤ ਦੇ ਨਾਲ ਆਪਣੇ ਲੋਕਾਂ ਨੂੰ ਉਹਨੇ ਜਿਹੜਾ ਮਿਆਰੇ ਜ਼ਿੰਦਗੀ ਦਿੱਤਾ, ਜਿਹਦੇ ਮੁਤਾਬਕ ਕਹਿੰਦੇ ਨੇ ਕਿ ਇਸ ਵੇਲੇ ਚੀਨ 'ਚ ਕੋਈ ਇੱਕ ਵੀ ਤੁਸੀਂ ਗਰੀਬ ਬੰਦਾ ਜਿਹੜਾ ਹੈ ਉਹਨੂੰ ਨਹੀਂ, ਬੇਰੁਜ਼ਗਾਰ ਨੂੰ, ਗਰੀਬ ਨੂੰ ਨਹੀਂ ਤਲਾਸ਼ ਕਰ ਸਕਦੇ। ਹਰ ਬੰਦੇ ਤੱਕ ਉਹਨਾਂ ਨੇ ਬੁਨਿਆਦੀ ਜ਼ਰੂਰਤਾਂ ਜਿਹੜੀਆਂ ਨੇ ਉਹ ਪਹੁੰਚਾ ਦਿੱਤੀਆਂ ਨੇ। ਪਿਛਲੇ 20 ਸਾਲਾਂ 'ਚ ਦੱਸ ਰਹੇ ਨੇ 80 ਕਰੋੜ ਲੋਕਾਂ ਨੂੰ ਉਹਨਾਂ ਗਰੀਬੀ ਤੋਂ ਬਾਹਰ ਕੱਢਿਆ, ਔਰ ਦੁਨੀਆ ਭਰ ਦੇ ਅੰਦਰ ਆਪਣੀ ਪੈਦਾਵਾਰ ਪਹੁੰਚਾ ਰਹੇ ਨੇ, ਬਗੈਰ ਅਮਰੀਕਾ ਵਾਂਗੂ ਜੰਗਾਂ ਕੀਤੇ, ਬਗੈਰ ਕਿਸੇ ਦੂਸਰੇ ਮੁਲਕ ਤੇ ਕਬਜ਼ਾ ਔਰ ਉਹਦਾ ਇਸਤਿਹਸਾਲ ਕੀਤੇ। ਉਹ ਨਾ ਸਿਰਫ ਆਪਣੇ ਮੁਲਕ ਦੇ ਮਿਹਨਤਕਸ਼ਾਂ ਨੂੰ ਮਿਆਰੇ ਜ਼ਿੰਦਗੀ ਦੇ ਰਹੇ ਨੇ ਆਪਣੇ ਨਿਜ਼ਾਮ ਦੀ ਬਰਕਤ ਨਾਲ, ਬਲਕਿ ਉਹ ਦੁਨੀਆ ਭਰ ਦੇ ਲੋਕਾਂ ਲਈ ਆਸਾਨੀਆਂ ਪੈਦਾ ਕਰ ਰਹੇ ਨੇ। ਔਰ ਸ਼ਾਇਦ ਆਉਣ ਵਾਲਾ ਵੇਲਾ, ਇਹ ਚੀਨ ਦੀ ਮਿਸਾਲ ਦੁਨੀਆ 'ਚ ਇੱਕ ਵੱਖਰੀ ਮਿਸਾਲ ਹੈ ਕਿ ਜਿਹੜੀ ਕਿਹੜੇ ਓਵਰ ਪ੍ਰੋਡਕਸ਼ਨ ਕਰਕੇ ਤੇ ਲੋਕਾਂ ਲਈ ਆਸਾਨੀਆਂ ਪੈਦਾ ਕਰ ਰਹੀ ਹੈ। ਇਸ ਤੋਂ ਪਹਿਲੇ ਰੂਸ ਦੇ ਅੰਦਰ ਤਾਂ ਇਹ ਸੀ ਕਿ ਉਹ ਸਮਾਜੀ ਤਬਦੀਲੀ ਦਾ ਨਿਜ਼ਾਮ ਐਸਾ ਉਹਨਾਂ ਇੱਕ ਪ੍ਰੋਲਤਾਰੀ ਆਮਰੀਅਤ ਦੇ ਜ਼ਰੀਏ ਸਰਮਾਇਆਦਾਰ ਤਬਕੇ ਨੂੰ, ਜਾਗੀਰਦਾਰ ਤਬਕੇ ਨੂੰ ਜਿਹੜਾ ਸਦੀਆਂ ਤੋਂ ਕਾਬਜ਼ ਹਾਕਮ ਸੀ, ਕੁਚਲ ਕੇ ਤੋਂ ਉਹਨਾਂ ਮਿਹਨਤਕਸ਼ਾਂ ਨੂੰ ਇਹ ਸਾਰਾ ਕੁਝ ਦਿੱਤਾ। ਮਗਰ ਚੀਨੀ ਅਜੇ ਤਿੱਕਰ ਦੋਨੋਂ ਨਿਜ਼ਾਮਾਂ ਦੇ ਬਾਵਜੂਦ, ਯਾਨੀ ਹੁਕਮਰਾਨ ਯਾਨੀ ਅਸ਼ਰਾਫੀਆ ਵੀ ਉਹਨਾਂ ਦੀ, ਸਰਮਾਇਆਦਾਰ ਤਬਕਾ ਵੀ ਕਿਸੇ ਹੱਦ ਤੱਕ ਅਜੇ ਸਰਵਾਈਵ ਕਰ ਰਿਹਾ, ਪਰ ਇਹਦੇ ਬਾਵਜੂਦ ਉਹਨਾਂ ਨੇ ਆਪਣੇ ਮਿਹਨਤਕਸ਼ਾਂ ਦਾ ਮਿਆਰੇ ਜ਼ਿੰਦਗੀ ਅਸਮਾਨਾਂ ਦੀ ਬੁਲੰਦੀ ਨੂੰ ਪਹੁੰਚਾ ਦਿੱਤਾ। ਕੁਝ ਲੋਕ ਤੇ ਕਹਿੰਦੇ ਨੇ ਕਿ ਯੂਰਪ ਔਰ ਅਮਰੀਕਾ ਵੀ ਆਪਣੇ ਇੰਨੀ ਵੱਡੀ ਆਬਾਦੀ ਨੂੰ ਇਹੋ ਜਿਹੀਆਂ ਸਹੂਲਤਾਂ, ਇਹੋ ਜਿਹੇ ਸ਼ਹਿਰ ਔਰ ਇਹੋ ਜਿਹੀ ਜਦੀਦ ਟੈਕਨੋਲੋਜੀ ਬਾਅਦ ਮਾਮਲਾਤ ਵਿੱਚ ਨਹੀਂ ਅੱਜ ਤੱਕ ਮੁਤਾਰਫ ਕਰਵਾ ਸਕਿਆ, ਦੇ ਸਕਿਆ ਇਨਸਾਨਾਂ ਨੂੰ ਐਸੀ ਸਹੂਲਤ ਜਿਹੜੀ ਚੀਨ ਆਪਣੇ ਆਵਾਮ ਨੂੰ ਦੇ ਰਿਹਾ। ਤੇ ਬੁਨਿਆਦੀ ਮਸਲਾ ਕੀ ਹੈ ਕਿ ਇਸ ਨਿਜ਼ਾਮ ਨੂੰ ਬਦਲਿਆ ਜਾਣਾ ਚਾਹੀਦਾ, ਜਿਹੜਾ ਨਿਜ਼ਾਮ ਇੱਕ ਪਾਸੇ ਤੇ ਸੋਨੇ ਦਾ ਲੋਟਾ ਇੱਕ ਬੇਕਾਰ ਮਕਸਦ ਲਈ ਸੋਨਾ ਗੱਡੀਆਂ 'ਚ, ਕਾਰਾਂ 'ਚ ਲਾਇਆ ਜਾ ਰਿਹਾ, ਕਮੋਡ 'ਚ ਲਾਇਆ ਜਾ ਰਿਹਾ, ਕਿਸੇ ਨੂੰ ਲੋਟਾ ਸੋਨਾ ਬਣਵਾ ਕੇ ਦਿੱਤਾ ਜਾ ਰਿਹਾ, ਔਰ ਜੰਗਾਂ 'ਚ ਅਸਲਾ ਬਾਰੂਦ ਦੀ ਨਜ਼ਰ ਪੈਸਾ ਕੀਤਾ ਜਾ ਰਿਹਾ। ਬਜਾਏ ਇਸ ਦੇ ਅਸੀਂ ਇਨਸਾਨੀ ਫਲਾਹ ਤੇ ਟੈਕਨੋਲੋਜੀ ਦੀ ਤਰੱਕੀ ਤੇ ਲੋਕਾਂ ਨੂੰ ਰੋਜ਼ਗਾਰ ਦੇਣ ਤੇ ਲੋਕਾਂ ਦਾ ਮਿਆਰੇ ਜ਼ਿੰਦਗੀ ਬਿਹਤਰ ਕਰਨ ਤੇ ਇਲਾਜ ਔਰ ਤਾਲੀਮ ਦੇਣ ਤੇ ਇਸਤੇਮਾਲ ਕੀਤਾ ਜਾਏ। ਔਰ ਉਹ ਦੋਸਤੋ ਤਾਂ ਹੀ ਹੋਏਗਾ ਜੇ ਦੁਨੀਆ 'ਚ ਸੋਸ਼ਲਿਸਟ ਨਿਜ਼ਾਮ ਕਾਇਮ ਹੋਏਗਾ। ਉਹ ਤਾਂ ਹੋਏਗਾ ਜੇ ਅਮਰੀਕੀ ਸਾਮਰਾਜ, ਬਰਤਾਨਵੀ ਔਰ ਮਲਟੀਨੈਸ਼ਨਲ ਕੰਪਨੀਆਂ ਨੂੰ ਸ਼ਿਕਸਤ ਦਿੰਦੇ ਹੋਏ ਮਿਹਨਤਕਸ਼ ਤਬਕਾਤ ਆਪਣੀ ਜਦੋਜਹਿਦ ਦੇ ਨਾਲ, ਆਪਣੇ ਇਤਿਹਾਦ ਦੀ ਤਾਕਤ ਔਰ ਬਰਕਤ ਦੇ ਨਾਲ ਸਰਮਾਇਆਦਾਰੀ ਨਿਜ਼ਾਮ ਦੇ ਮੁਕਾਬਲੇ 'ਚ ਮਿਹਨਤਕਸ਼ਾਂ ਦਾ ਇਕਤਦਾਰ, ਪ੍ਰੋਲਤਾਰੀ ਆਮਰੀਅਤ ਪੈਦਾ ਕਰਨਗੇ, ਮਜ਼ਦੂਰਾਂ ਦਾ ਰਾਜ ਕਾਇਮ ਕਰਨਗੇ। ਆਮਰੀਅਤ ਤੋਂ ਵੀ ਕੁਝ ਲੋਕ ਯਰਕਦੇ ਨੇ ਕਿ ਪਤਾ ਨਹੀਂ ਇੱਥੇ ਤੇ ਪਾਕਿਸਤਾਨੀ ਕੌਮ ਸਦੀਆਂ ਤੋਂ ਆਮਰੀਅਤ ਦਾ ਸ਼ਿਕਾਰ ਹੈ ਤੇ ਉਹਦੇ ਖਿਲਾਫ ਲੜਨ ਦੀ ਗੱਲ ਹੈ, ਇਹ ਆਮਰੀਅਤ ਲਿਆਉਣਾ ਚਾਹ ਰਹੇ। ਤਾਂ ਦੋਸਤੋ, ਇੱਕ ਸਰਮਾਏ ਦੀ ਆਮਰੀਅਤ ਹੁੰਦੀ ਹੈ ਜਿਹੜੀ ਮਿਹਨਤਕਸ਼ ਤਬਕਾਤ ਨੂੰ ਕੁਚਲ ਕੇ ਰੱਖਦੀ ਹੈ ਔਰ ਚੰਦ ਖਾਨਦਾਨ ਜਾਂ ਚੰਦ ਕੰਪਨੀਆਂ ਦੇ ਇਜਾਰਾਦਾਰੀ ਨੂੰ, ਉਹਨਾਂ ਦੇ ਇਕਤਦਾਰ ਨੂੰ, ਉਹਨਾਂ ਦੇ ਤਸੱਲਤ ਨੂੰ ਕਾਇਮ ਰੱਖਦੀ ਹੈ। ਮਗਰ ਇਹਦੇ ਮੁਕਾਬਲੇ 'ਚ ਇੱਕ ਪ੍ਰੋਲਤਾਰੀ ਆਮਰੀਅਤ ਹੁੰਦੀ ਹੈ, ਮਜ਼ਦੂਰਾਂ ਦੀ ਆਮਰੀਅਤ ਹੁੰਦੀ ਹੈ। ਦਰਅਸਲ ਉਹ ਜਮਹੂਰੀਅਤ ਇੰਜ ਦੀ ਹੁੰਦੀ ਕਿ ਮਜ਼ਦੂਰਾਂ ਦੇ ਅੰਦਰ ਉਹ ਜਮਹੂਰੀਅਤ ਦੀ ਆਲਾ ਤਰੀਨ ਸ਼ਕਲ ਹੈ ਜਿਹੜੀ ਸਰਮਾਇਆਦਾਰ ਤਬਕੇ ਦੇ ਮੁਕਾਬਲੇ 'ਚ ਆਮਰੀਅਤ ਬਣਦੀ ਹੈ। ਕਿਉਂਕਿ ਤੁਸੀਂ ਆਮਰੀਅਤ ਨੂੰ, ਤੁਸੀਂ ਸਰਮਾਇਆਦਾਰਾਂ ਦੀ ਆਮਰੀਅਤ ਨੂੰ, ਸਰਮਾਇਆਦਾਰਾਂ ਦੇ ਤਸੱਲਤ ਔਰ ਕਬਜ਼ੇ ਨੂੰ, ਉਹਨਾਂ ਦੀ ਜੰਗੀ ਜਨੂਨ ਨੂੰ ਅਗਰ ਤੁਸੀਂ ਸ਼ਿਕਸਤ ਦੇਣੀ ਤੇ ਤੁਹਾਡੇ ਕੋਲ ਵੀ ਉਹਨਾਂ ਪਾਵਰ, ਉਹਨਾਂ ਤਾਕਤ ਚਾਹੀਦੀ ਹੈ। ਤੇ ਉਹ ਤਾਕਤ ਜਿਹੜੀ ਹੈ ਉਹ ਸਿਰਫ ਲੋਲੀਪੌਪ ਨਾਲ, ਉਹ ਸਿਰਫ ਜਮਹੂਰ ਕੂਕਨ ਨਾਲ ਨਹੀਂ ਮਿਲਣੀ। ਉਹਦੇ ਲਈ ਸਖਤ ਕਿਸਮ ਦਾ ਡਿਸਿਪਲਨ ਔਰ ਆਮਰੀਅਤ ਚਾਹੀਦੀ ਹੈ ਜਿਹੜੀ ਸਰਮਾਇਆਦਾਰਾਂ ਦੀ ਆਮਰੀਅਤ ਦਾ ਤਖਤਾ ਉਲਟੇ, ਸਰਮਾਇਆਦਾਰੀਅਤ ਦਾ ਖਾਤਮਾ ਕਰੇ ਔਰ ਮਿਹਨਤਕਸ਼ਾਂ ਨੂੰ ਇੱਕ ਕੁਵਤ 'ਚ ਬਦਲੇ। ਇਹ ਮਾਰਕਸੀ ਲਿਟਰੇਚਰ ਇਹ ਸਿਖਾਉਂਦਾ ਹੈ, ਇਹ ਇਨਕਲਾਬੀ ਲਿਟਰੇਚਰ ਸਿਖਾਉਂਦਾ ਹੈ। ਕਾਰਲ ਮਾਰਕਸ ਔਰ ਲੈਨਨ, ਮਾਰਕਸ, ਐਂਗਲਸ ਔਰ ਮਾਓ ਜ਼ੇ ਤੁੰਗ, ਚੇ ਗਵੇਰਾ, ਮੇਜਰ ਇਸਹਾਕ ਮੁਹੰਮਦ ਹਸਨ ਨਾਸਰ ਸ਼ਹੀਦ ਦੀ ਜਦੋਜਹਿਦ ਨੂੰ ਪੜ੍ਹ ਕੇ ਸਬਕ ਮਿਲਦੇ ਨੇ। ਇਹ ਬੰਦਾ ਸਮਝ ਸਕਦਾ ਹੈ ਜਿਨ੍ਹਾਂ ਦੀ ਪ੍ਰੋਗਰਾਮ ਔਰ ਨਜ਼ਰੀਆਤ ਨੂੰ ਇੱਥੇ ਛੁਪਾਇਆ ਜਾਂਦਾ ਹੈ, ਤਾਲੀਮਾਤ ਨੂੰ ਛੁਪਾਇਆ ਜਾਂਦਾ ਹੈ, ਉਹ ਸਾਨੂੰ ਆਮ ਕਰਨ ਦੀ ਲੋੜ ਹੈ ਤਾਂ ਕਿ ਮਿਹਨਤਕਸ਼ ਤਬਕੇ ਦੀ ਨਿਜਾਤ ਮੁਮਕਿਨ ਹੋ ਸਕੇ। तो आखिर तो गल कि यहो जिहियां खबरां रोज़ मिलदियां ने, तुसीं खुद कन्फर्म कर सकते हो, पर मसला है कि असी खुद तवज्जो कदों देंगे, असी मेहनतकश तबके की निजात लई अपना हिस्सा कदों पावांगे, मेहनतकशां नूं मुनज़्ज़म करन लई जो अपना किरदार तारीख ने तुहाडे जिम्मे लाया है वो असी कदों अदा करांगे। दुनिया भर के मेहनतकशो एक हो जाओ।